ਕਿਰਪਾ ਬੱਚੀ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ। ਸਤਿਗੁਰੂ ਦਇਆ ਕਰਨ, ਕਿਰਪਾ ਕਰਨ। ਕੱਲ ਤੱਕ ਅਸਾਂ ਸਾਰਿਆਂ ਨੇ ਪਹਿਲੀ ਅਸ਼ਟਪਦੀ ਦੇ 5ਵੇਂ ਪਦੇ ਤੱਕ ਦੀ ਉਚਾਰਨ ਅਤੇ ਵਿਚਾਰ ਦੀ ਸਾਂਝ ਦੇਵ ਦੀ ਬਖਸ਼ਿਸ਼ ਨਾਲ ਕੀਤੀ ਸੀ। ਆਓ ਧੰਨ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਇਸ 6ਵੇਂ ਪਦੇ ਅੰਦਰ ਬਖਸ਼ਿਸ਼ ਕਰ ਰਹੇ ਨੇ ਕਿ ਪ੍ਰਭੂ ਨੂੰ ਸਿਮਰਨ ਨਾਲ ਉਹਨਾਂ ਜਗਿਆਸੂਆਂ ਦਾ ਜੀਵਨ ਕਿਸ ਤਰ੍ਹਾਂ ਦਾ ਬਣ ਜਾਂਦਾ ਹੈ। ਜੀਵਨ ਦੇ 4 ਪੜਾਅ ਨੇ ਮੇਰੀ ਤੁਛ ਬੁੱਧੀ ਮੁਤਾਬਕ। ਪਹਿਲਾ ਬੇਕਾਰ, ਦੂਸਰਾ ਕਾਰ, ਤੀਸਰਾ ਉਪਕਾਰ ਤੇ ਚੌਥਾ ਪਰਉਪਕਾਰ। 4 ਪੜਾਅ ਨੇ ਜੀਵਨ ਦੇ। ਕੁਝ ਲੋਕ ਸੰਸਾਰ ਤੇ ਬੇਕਾਰ ਜੀ ਰਹੇ ਨੇ। ਬੇਕਾਰ ਕੇਵਲ ਵਿਸ਼ੇ ਵਿਕਾਰ ਭੋਗਾਂ ਦੇ ਜੀਵਨ ਜੀ ਰਹੇ ਨੇ। ਕੇਵਲ ਤੇ ਕੇਵਲ ਜਿਉਂ ਤੋਂ ਪੈਦਾ ਹੋਏ ਨੇ ਕੇਵਲ ਵਿਕਾਰਾਂ ਵਿੱਚ ਹੀ ਨੇ ਤੇ ਕਿੰਨੇ ਉਮਰ ਲੰਘ ਗਈ ਵਿਕਾਰਾਂ ਵਿੱਚ ਹੀ ਨੇ। ਉਸ ਨੂੰ ਆਖਿਆ ਬੇਕਾਰ। ਉਹਦਾ ਜੀਵਨ ਬੇਕਾਰ ਹੈ। ਉਸ ਤੋਂ ਦੂਸਰੀ ਸਟੇਜ ਹੈ, ਕੁਝ ਲੋਕ ਕਾਰ ਵਿੱਚ ਜੀ ਰਹੇ ਨੇ, ਕੇਵਲ ਧੰਦੇ ਵਿੱਚ ਜੀ ਰਹੇ ਨੇ। ਕਾਰ ਮੈਨੇ ਧੰਦਾ, ਕਾਰ ਦੈਟਸ ਜੌਬ, ਕਾਰ ਵਿਹਾਰ। ਕੇਵਲ ਤਾਂ ਕੇਵਲ ਜਿਉਂ ਦਿਨ ਚੜ੍ਹਨ ਤੋਂ ਪਹਿਲਾਂ ਹੀ ਧੰਦਿਆਂ ਦੀ ਗੂੰਜ ਮਨ ਵਿੱਚ ਬੁੱਧੀ ਵਿੱਚ ਪੈਂਦੀ ਏ, ਰਾਤ ਦੇ ਸੌਣ ਤੱਕ ਵੀ, ਨੀਂਦ ਆਉਣ ਤੱਕ ਵੀ, ਅੱਧੀ ਰਾਤ ਤੱਕ ਵੀ ਧੰਦੇ ਹੀ ਗੂੰਜਦੇ ਰਹਿੰਦੇ ਨੇ। ਕੁਝ ਐਸੇ ਲੋਕ ਕੇਵਲ ਕਾਰ ਵਿੱਚ ਜੀ ਰਹੇ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਇਹ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕਰਦੇ ਨੇ। ਕਹਿੰਦੇ ਨੇ ਮੈਂ ਮੰਨਦਾ ਇਸ ਗੱਲ ਨੂੰ ਕਿ ਜਿਹੜੇ ਲੋਕ ਕੇਵਲ ਧੰਦਿਆਂ ਦੀ ਜ਼ਿੰਦਗੀ ਜੀਂਦੇ ਨੇ ਉਹਨਾਂ ਦੇ ਘਰ 4 ਪੈਸੇ ਜ਼ਿਆਦਾ ਹੋ ਸਕਦੇ ਨੇ, ਪਰ ਉਹਨਾਂ ਦੇ ਅੰਦਰ ਮਨ ਦੀ ਅਵਸਥਾ ਕੀ ਹੁੰਦੀ ਹੈ? ਕੋਈ ਟਿਕਾ ਨਹੀਂ, ਕੋਈ ਸਹਿਜ ਨਹੀਂ, ਕੋਈ ਖੇੜਾ ਨਹੀਂ, ਕੋਈ ਚੈਨ ਨਹੀਂ। ਧਨ ਹੈ ਪਰ ਚੈਨ ਨਹੀਂ। ਧੰਦਾ ਬਹੁਤ ਹੈ ਪਰ ਅੰਦਰ ਕੋਈ ਖੇੜਾ ਨਹੀਂ। ਕੱਪੜੇ ਬਹੁਤ ਨੇ, ਗਹਿਣੇ ਬਹੁਤ ਨੇ, ਡਰਾਇੰਗ ਰੂਮ ਬਹੁਤ ਵੱਡਾ ਹੈ, ਪਰ ਮਨ ਰੂਪੀ ਡਰਾਇੰਗ ਰੂਮ ਵਿੱਚ ਕੇਵਲ ਤੇ ਕੇਵਲ ਰੌਲਾ ਹੀ ਰੌਲਾ ਹੈ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਗੁਰਦੇਵ ਦੇ ਅਮੋਲਕ ਬਚਨ, ਉਦੋ ਸਾਹੇ ਕਿਆ ਨਿਸ਼ਾਨੀ, ਤੋਟ ਨਾ ਆਵੈ ਅੰਨੀ। ਮਹਾਰਾਜ ਕਹਿੰਦੇ ਨੇ ਮੈਂ ਮੰਨਦਾ ਜਿਹੜੇ ਲੋਕ ਬੜੇ ਮਿਹਨਤ ਕਰਕੇ, ਸਾਹੋ ਸਾਈ ਹੋ ਕੇ, ਉਦਮ ਕਰਕੇ ਸੰਸਾਰ ਦੇ ਧੰਦੇ ਕਰਦੇ ਨੇ, ਉਹਨਾਂ ਦੇ ਘਰ ਰਿਜ਼ਕ ਰੋਟੀ ਅੰਨ ਜ਼ਿਆਦਾ ਹੋ ਸਕਦਾ ਹੈ। ਗੁਰਦੇਵ ਦੇ ਬੋਲ, ਉਦੋ ਸਾਹੇ ਕਿਆ ਨਿਸ਼ਾਨੀ, ਤੋਟ ਨਾ ਆਵੈ ਅੰਨੀ। ਸਤਿਗੁਰ ਕਹਿੰਦੇ ਉਹਨਾਂ ਦੇ ਘਰ ਰੋਟੀ, ਰਿਜ਼ਕ, ਪੈਸਾ, ਜ਼ਿੰਦਗੀ ਦੇ ਕੁਝ ਸੁੱਖ ਦੂਜਿਆਂ ਨਾਲੋਂ ਜ਼ਿਆਦਾ ਹੋ ਸਕਦੇ ਨੇ। ਮਹਾਰਾਜ ਕਹਿੰਦੇ ਨੇ ਮੈਂ ਇਹ ਗੱਲ ਮੰਨਦਾ ਵਾਂ, ਪਰ ਸਤਿਗੁਰ ਕਹਿੰਦੇ ਨੇ ਉਹਦੇ ਮੁਕਾਬਲੇ ਤੇ ਉਹਨਾਂ ਦੇ ਅੰਦਰ ਦੀ ਅਵਸਥਾ ਕੀ ਹੈ? ਸੱਤੀ ਰੰਨੀ ਘਰੇ ਸਿਆਪਾ, ਰੋਵਣ ਕੂੜੀ ਕੰਮੀ। ਸਤਿਗੁਰ ਕਹਿੰਦੇ ਨੇ ਉਹਨਾਂ ਦੇ ਅੰਦਰ 7 ਰੰਨਾਂ ਦਾ ਸਿਆਪਾ ਹਰ ਵੇਲੇ ਛਿੜਿਆ ਰਹਿੰਦਾ ਹੈ। ਮਨ, ਬੁੱਧੀ ਤੇ 5 ਕਰਮ ਇੰਦਰੀ। ਗੁਰਦੇਵ ਕਹਿੰਦੇ ਨੇ ਨਾ ਉਹਨਾਂ ਦਾ ਮਨ ਸ਼ਾਂਤ ਹੈ, ਨਾ ਉਹਨਾਂ ਦੀ ਬੁੱਧੀ ਵਿੱਚ ਕੋਈ ਗੁਰਮਤਿ ਹੈ। ਇਸ ਵਾਸਤੇ ਅੰਦਰ ਕਲਪਨਾ ਤੇ ਖਲਬਲੀ ਹਰ ਵੇਲੇ ਬਣੀ ਰਹਿੰਦੀ ਹੈ।
ਸੱਤੀ ਰੰਨੀ ਘਰੇ ਸਿਆਪਾ ਰੋਮਣ ਕੂੜੀ ਕੰਮੀ। ਗੁਰਦੇਵ ਦੇ ਬੋਲ। ਮਹਾਰਾਜ ਕਹਿੰਦੇ ਮੈਂ ਮੰਨਦਾ ਜਿਹੜੇ ਲੋਕ ਕੇਵਲ ਕਾਰ ਵਿਹਾਰ ਦਾ ਜੀਵਨ ਉਦਮ ਨਾਲ ਕਰਦੇ ਨੇ, ਉਹਨਾਂ ਕੋਲ 4 ਪੈਸੇ ਵੱਧ ਹੋ ਸਕਦੇ ਨੇ, 4 ਜ਼ਿੰਦਗੀ ਦੇ ਸੁੱਖ ਬਹੁਤੇ ਹੋ ਸਕਦੇ ਨੇ, ਪਰ ਉਹ ਅੰਦਰੋਂ ਹਰ ਵੇਲੇ ਤਪਸ਼ ਵਿੱਚ ਨੇ, ਕਲੇਸ਼ ਵਿੱਚ ਨੇ। ਤਾਂ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਿਰਪਾਲਤਾ ਕਰਦੇ ਨੇ। ਕੁਝ ਬੇਕਾਰ ਜੀ ਰਹੇ ਨੇ, ਕੁਝ ਕੇਵਲ ਕਾਰ ਵਿੱਚ ਜੀ ਰਹੇ ਨੇ। ਉਸ ਤੋਂ ਅਗਲੀ ਇੱਕ ਕੈਟਾਗਰੀ ਹੈ ਜਿਹੜੇ ਉਪਕਾਰ ਵਿੱਚ ਜੀ ਰਹੇ ਨੇ, ਆਪਣਾ ਭਲਾ ਕਰ ਰਹੇ ਨੇ। ਬਸ ਆਪ ਪਾਠ ਕਰ ਲਿਆ, ਆਪ ਚੰਗਾ ਜੀਵਨ ਕਰ ਲਿਆ, ਜੇ ਆਪ ਕੁਛ ਆ ਗਿਆ ਤੇ ਬਸ ਦਰਵਾਜ਼ਾ ਬੰਦ ਕਰ ਲਿਆ। ਜੇ ਆਪ ਪਾਠ ਕਰਨਾ ਆ ਗਿਆ ਤਾਂ ਆਪਣੇ ਜੋਗੇ ਤਾਂ ਹੋ ਗਏ। ਪਰ ਗੁਰਦੇਵ ਕਹਿੰਦੇ ਇਸ ਤੋਂ ਅਗਲੀ ਕੈਟਾਗਰੀ ਹੈ ਸਭ ਤੋਂ ਉੱਤਮਾਂ ਦੀ, ਉਹ ਨੇ ਪਰਉਪਕਾਰੀ, ਦੂਸਰੇ ਦਾ ਭਲਾ ਕਰਨ ਵਾਲੇ। ਦੂਸਰੇ ਦਾ ਭਲਾ ਕਰਨ ਵਾਲੇ ਉਹ ਜੀਵ ਹੁੰਦੇ ਨੇ, ਜਿਹੜਾ ਬੰਦਾ ਆਪਣੇ ਸੁੱਖਾਂ ਤੋਂ ਨਹੀਂ ਰੱਜਿਆ ਉਹ ਕਦੀ ਕਿਸੇ ਨੂੰ ਸੁੱਖ ਨਹੀਂ ਵੰਡ ਸਕਦਾ, ਜ਼ਿੰਦਗੀ 'ਚ ਕਦੀ ਨਹੀਂ ਵੰਡੇਗਾ। ਜਿਸ ਦੀ ਆਪਣੀ ਵਾਸ਼ਨਾਵਾਂ ਦੀ ਭੁੱਖ ਨਹੀਂ ਹਟੀ ਉਹ ਕਦੀ ਕਿਸੇ ਭੁੱਖੇ ਨੂੰ ਰੋਟੀ ਨਹੀਂ ਖਵਾ ਸਕਦਾ। ਮੈਂ ਆਮ ਤੌਰ ਤੇ ਜ਼ਿੰਦਗੀ ਵਿੱਚ ਵੇਖਿਆ ਲੋਕ ਸ਼ਰਾਬ ਵਾਸਤੇ 1000 ਰੁਪਇਆ ਖਰਚ ਕਰ ਦੇਣਗੇ, ਮਜ਼ਦੂਰ ਨਾਲ 2 ਰੁਪਏ ਤੋਂ ਲੜ ਪੈਣਗੇ। ਐਸਾ ਵੇਖਣ ਵਿੱਚ ਆਇਆ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਪਰਉਪਕਾਰੀ ਦੀ ਕੈਟਾਗਰੀ ਹੋਵੇ ਜਿਹੜੇ ਦੂਸਰੇ ਦਾ ਦੁੱਖ ਵੰਡਦੇ ਨੇ। ਜੇ ਗੁਰੂ ਨੇ ਜੋ ਚੀਜ਼ ਆਪਣੇ ਕੋਲ ਦੇ ਦਿੱਤੀ ਹੈ ਉਸ ਨੂੰ ਹੋਰਨਾਂ ਵਿੱਚ ਵੀ ਵੰਡਦੇ ਨੇ। ਜੇ ਧਨ ਦਿੱਤਾ ਹੈ ਤਾਂ ਗਰੀਬ ਦੀ ਸੇਵਾ ਵਿੱਚ ਲਾਉਂਦੇ ਨੇ ਉਹਦੇ ਵਿੱਚੋਂ ਕੁਝ। ਜੇਕਰ ਪਰਮੇਸ਼ਰ ਨੇ ਕੋਈ ਵਿਚਾਰ ਦੀ ਬੁੱਧੀ ਦੇ ਦਿੱਤੀ ਸ਼ਾਸਤਰ ਦੀ ਤਾਂ ਉਹ ਕਿਸੇ ਨੂੰ ਪੜ੍ਹਾਉਣ ਵਿੱਚ ਲਾਉਂਦੇ ਨੇ। ਜੈਸਾ ਵੀ ਸੁੱਖ ਉਹਨਾਂ ਨੂੰ ਕੁਝ ਦਿੱਤਾ ਹੈ। ਕਿਉਂਕਿ ਸਤਿਗੁਰੂ ਕਿਰਪਾ ਕਰਨ ਜਿਉਂ-ਜਿਉਂ ਪਰਮੇਸ਼ਰ ਦੀ ਸਿਮਰਤੀ ਯਾਦ ਅੰਦਰ ਵੱਧਦੀ ਏ, ਦੈਵੀ ਗੁਣ ਅੰਦਰ ਵੱਧਦੇ ਨੇ, ਫਿਰ ਅੰਦਰੋਂ ਇੱਕ ਫਲਸਫਾ ਜਨਮ ਲੈਂਦਾ ਹੈ ਕਿ ਦੂਸਰੇ ਦਾ ਸੋਚ। ਸਤਿਗੁਰੂ ਬਾਣੀ 'ਚ ਕਹਿਣਗੇ ਅੱਗੇ ਚੱਲ ਕੇ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਸਾਰੇ ਹਿੰਦੂਆਂ ਦੀ ਮੁਸੀਬਤ ਆਪਣੇ ਗਲੇ ਵਿੱਚ ਲੈ ਲਈ। ਸਾਰੇ ਹਿੰਦੁਸਤਾਨ ਦਾ ਦੁੱਖ ਆਪਣੀ ਝੋਲੀ ਵਿੱਚ ਪਾ ਲਿਆ, ਕੱਲੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ। ਤਾਂ ਜਿੰਨਾ ਪਰਮੇਸ਼ਰ ਦਾ ਸਿਮਰਨ ਅੰਦਰ ਹੁੰਦਾ ਹੈ ਜ਼ਿਆਦਾ, ਜਿੰਨੀ ਉਹਦੀ ਬਖਸ਼ਿਸ਼ ਅੰਦਰ ਜ਼ਿਆਦਾ ਵਰਤਦੀ ਹੈ, ਉਹ ਜੀਵ ਆਪਣੇ ਸਰੀਰ ਦੀ ਵੀ ਪਰਵਾਹ ਨਾ ਕਰਦਿਆਂ ਹੋਇਆਂ ਦੂਸਰੇ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਕਿ ਸਤਿਗੁਰੂ ਇਹ ਜਿੰਨੇ ਦਿਨ ਵਾਸਤੇ ਮਿਲੀ ਏ ਇਹਦੇ ਕੋਲੋਂ ਮੈਂ ਤੇਰੀ ਬਖਸ਼ਿਸ਼ ਨਾਲ ਕੁਝ ਕਿਸੇ ਦੀ ਸੇਵਾ ਕਰਾ ਲੈ, ਕਰ ਲਵਾਂ ਨਹੀਂ, ਕਰਾ ਲੈ। ਤਾਂ ਮਹਾਰਾਜ ਇੱਥੇ ਬਚਨ ਕਰਦੇ ਨੇ। ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਪ੍ਰਭ ਕੋ ਸਿਮਰੈ। ਸਿਮਰੈ ਬਹੁਵਚਨ ਹੈ। ਜਿਹੜੇ ਪਰਮੇਸ਼ਰ ਨੂੰ ਯਾਦ ਕਰਦੇ ਨੇ ਉਹਨਾਂ ਦਾ ਜੀਵਨ ਦੂਸਰੇ ਦੇ ਭਲੇ ਵਾਸਤੇ ਸ਼ੁਰੂ ਹੋ ਜਾਂਦਾ ਹੈ। ਪਰਉਪਕਾਰ, ਪਹਿਲਾ ਬੇਕਾਰ, ਦੂਸਰਾ ਕਾਰ, ਤੀਸਰਾ ਉਪਕਾਰ, ਚੌਥਾ ਪਰਉਪਕਾਰ। ਉਹ ਕੇਵਲ ਦੂਸਰੇ ਦੀ ਸੋਚਦੇ ਨੇ। ਵੈਸੇ ਸੰਸਾਰ ਵਿੱਚ 3 ਕੈਟਾਗਰੀਆਂ ਦੇ ਲੋਕ ਆਮ ਵੇਖੇ ਜਾਂਦੇ ਨੇ। ਜਿੱਥੇ ਕਿਤੇ ਕੋਈ ਅੱਗ ਬਲ ਰਹੀ ਹੈ, ਕੋਈ ਬੰਦਾ ਕੋਲੋਂ ਨਿਕਲ ਗਿਆ, ਉਹ ਸਮਝਦਾ ਮੈਨੂੰ ਤੇ ਇਸ ਅੱਗ ਦਾ ਸੇਕ ਨਹੀਂ ਆ ਰਿਹਾ, ਇਸ ਵਾਸਤੇ ਮੈਨੂੰ ਕੀ ਭਾਵੇਂ ਬਲੇ ਤੇ ਭਾਵੇਂ ਬੁੱਝੇ। ਕੁਝ ਐਸੇ ਬੰਦੇ ਨੇ ਜਿਹੜੇ ਸਮਝਦੇ ਨੇ ਭਾਵੇਂ ਇਸ ਦਾ ਸੇਕ ਮੈਨੂੰ ਨਹੀਂ ਆ ਰਿਹਾ, ਪਰ ਜੇ ਮੇਰੇ ਯਤਨ ਨਾਲ ਇਹ ਬੁੱਝ ਸਕਦੀ ਹੈ ਤਾਂ ਉਹਦੇ ਉੱਤੇ ਥੋੜਾ ਰੇਤ ਜਾਂ ਮਿੱਟੀ ਦਾ ਕੋਈ ਬੁੱਕ ਜਾਂ ਕੋਈ ਪਾਣੀ ਦੀ ਥੋੜੀ ਭਾਂਡਾ ਪਾ ਜਾਂਦੇ ਨੇ। ਕੁਝ ਐਸੇ ਵੀ ਹਨ ਜਿਨ੍ਹਾਂ ਦੇ ਮਨ ਵਿੱਚ ਖਿਆਲ ਆਉਂਦਾ ਸ਼ਾਇਦ ਬੁੱਝ ਹੀ ਨਾ ਜਾਏ, ਉਹਦੇ ਉੱਤੇ ਥੋੜਾ ਤੇਲ, ਥੋੜਾ ਪੈਟਰੋਲ ਹੋਰ ਪਾ ਜਾਂਦੇ ਨੇ। ਕਈ ਲੋਕ ਕਿਸੇ ਦੇ ਦੁੱਖ ਤੇ ਹੋਰ ਐਸੀ ਗੱਲ ਕਰ ਜਾਂਦੇ ਨੇ ਉਹ ਹੋਰ ਦੁਖੀ ਹੁੰਦਾ ਹੈ। ਕਈ ਲੋਕ ਕਿਸੇ ਦੇ ਦੁੱਖ ਦੀ ਮਲਮ ਵਾਲੀ ਗੱਲ ਕਰਕੇ ਜਾਂਦੇ ਨੇ ਕਿ ਹੇ ਮੇਰੇ ਮਾਲਕ ਤੂੰ ਕਿਰਪਾ ਕਰ, ਬਖਸ਼ਿਸ਼ ਕਰ, ਇਹ ਦੁਖੀ ਨਾ ਹੋਵੇ। ਕਈ ਕੋਲੋਂ ਇਸ ਤਰ੍ਹਾਂ ਹੀ ਲੰਘ ਜਾਂਦੇ ਨੇ, ਮੈਨੂੰ ਕੀ ਦੁੱਖ ਹੋ ਰਿਹਾ ਤੇ ਇਹਨੂੰ ਹੋ ਰਿਹਾ।
ਤਾਂ ਗੁਰੂ ਸਾਹਿਬ ਕਹਿ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ, ਮਹਾਰਾਜ ਕਹਿੰਦੇ ਪ੍ਰਭ ਕੋ ਸਿਮਰੈ, ਪਰਮੇਸ਼ਰ ਦੀ ਯਾਦ ਦੇ ਲਕਸ਼ਣ ਹੀ ਇਹ ਨੇ। ਜਿਹਦੇ ਅੰਦਰ ਉਸ ਦੀ ਯਾਦ ਹੋਏਗੀ, ਜਿੰਨੀ ਸੰਸਾਰ ਦੀ ਯਾਦ ਹੋਏਗੀ ਅੰਦਰ, ਓਨਾ ਜੀਵ ਸਵਾਰਥੀ ਹੋਏਗਾ। ਜਿੰਨੀ ਨਿਰੰਕਾਰ ਦੀ ਯਾਦ ਹੋਏਗੀ, ਓਨਾ ਪਰਉਪਕਾਰੀ ਹੋਏਗਾ। ਜਿੰਨੀ ਸੰਸਾਰ ਦੀ ਯਾਦ ਅੰਦਰ ਹੋਏਗੀ, ਓਨਾ ਹੀ ਸਵਾਰਥ ਅੰਦਰ ਜ਼ਿਆਦਾ ਹੋਏਗਾ। ਉਹ ਨਹੀਂ ਰੱਜ ਸਕਦਾ, ਨਾ ਕੱਪੜੇ ਤੋਂ ਰੱਜੇ, ਨਾ ਗਹਿਣੇ ਤੋਂ ਰੱਜੇ, ਨਾ ਭੋਗਾਂ ਤੋਂ ਰੱਜੇ, ਨਾ ਬਿਲਾਸਾਂ ਤੋਂ ਰੱਜੇ, ਨਾ ਸੰਸਾਰ ਤੋਂ ਰੱਜੇ, ਨਹੀਂ ਰੱਜੇਗਾ। ਸਵਾਲ ਹੀ ਪੈਦਾ ਨਹੀਂ ਹੁੰਦਾ। ਜਿੰਨੀ ਸੰਸਾਰ ਦੀ ਯਾਦ ਅੰਦਰ ਜ਼ਿਆਦਾ ਹੈ, ਜਿੰਨੀ ਨਿਰੰਕਾਰ ਦੀ ਯਾਦ ਵੱਧਦੀ ਜਾਏਗੀ, ਪ੍ਰਭੂ ਦੀ ਯਾਦ ਵੱਧਦੀ ਜਾਏਗੀ, ਨਾ ਹੀ ਤਿਆਗ ਦਾ ਜੀਵਨ ਵੱਧਦਾ ਜਾਏਗਾ। ਉਨਾ ਹੀ ਅੰਦਰੋਂ ਤਿਆਗ ਪੈਦਾ ਹੋਏਗਾ। ਘਰ ਵਿੱਚ ਹੋਵੇ, ਪਰਿਵਾਰ ਵਿੱਚ ਹੋਵੇ, ਫੈਮਿਲੀ ਵਿੱਚ ਹੋਵੇ, ਗਲੀ ਵਿੱਚ ਹੋਵੇ, ਸਮਾਜ ਵਿੱਚ ਹੋਵੇ, ਦੇਸ਼ ਵਿੱਚ ਹੋਵੇ। ਤੇ ਅੱਜ ਨਿੱਕੀ ਨਿੱਕੀ ਚੀਜ਼ਾਂ ਦੇ ਨਾ ਤਿਆਗ ਹੋਣ ਕਰਕੇ ਘਰ ਵਿੱਚ ਰੌਲੇ ਨੇ, ਘਰਾਂ ਵਿੱਚ ਝਗੜੇ ਨੇ। ਛੋਟਾ ਛੋਟਾ ਤਿਆਗ ਨਹੀਂ ਹੋ ਰਿਹਾ। ਭਰਾ ਭਰਾ ਦੂਰ ਨੇ, ਭੈਣਾਂ ਭੈਣਾਂ ਦੂਰ ਨੇ, ਦਰਾਣੀ ਜਠਾਣੀ ਦੂਰ ਨੇ। ਛੋਟੇ ਛੋਟੇ ਤਿਆਗ ਕਰਕੇ ਵਿੱਚ ਜੇ ਮਾੜੀ ਜੀ ਬਰੀਕੀ ਨਾਲ ਝਾਤੀ ਮਾਰੀਏ, ਤਿਆਗ ਬਿਲਕੁਲ ਛੋਟਾ ਜਿਹਾ ਹੁੰਦਾ ਕਈ ਵਾਰੀ, ਪਰ ਇੰਨੀ ਵੱਡੀ ਦੂਰੀ ਕ੍ਰੀਏਟ ਕਰ ਦਿੰਦਾ ਹੈ। ਤਾਂ ਸਤਿਗੁਰੂ ਕਹਿ ਰਹੇ ਨੇ, ਜਿਹੜੇ ਵੀ ਪ੍ਰਭੂ ਨੂੰ ਯਾਦ ਕਰਨਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਦੇ ਅੰਦਰ ਤਿਆਗ ਦੀ ਭਾਵਨਾ ਵੱਧਦੀ ਹੈ, ਸੈਕਰੀਫਾਈਸ ਵੱਧਦਾ ਹੈ। ਅਗਰ ਇੱਕ ਐਸਾ ਚੱਲਦਾ, ਦੂਸਰਾ ਉਹ ਪਿੱਛੇ ਹਟਦਾ, ਫਿਰ ਕੋਈ ਗੱਲ ਨਹੀਂ, ਉਸ ਦਾ ਜਿਹੜਾ फल है वो उसने देना है और जरूर मिलेगा। याद रखना, दो भरा जदों जायदाद वंडन लगियां, किसी त्याग वाले ते लोभ वाले दा आपस विच वंडियां पैंदियां ने। जेड़ा त्याग करदा टाइम पा के उसदी जित हो जाती है। बेशक देख लेना जीवन, समय जरूर लगेगा, जरूर लगेगा, पर रंग जरूर आएगा। क्योंकि सतगुरु कह रहे हैं, जै खिमा तै आप, जै लोभ तै पाप है। तो गुरु ਨੂੰ कौन चैलेंज करेगा? जे सतगुरु गुरु ग्रंथ साहिब जी की पावन बाणी ते यकीन है, भरोसा है गुरु ते, तो ये वस्तु अटल है। जिथे लोभ होएगा उत्थे पाप होएगा, जिथे खिमा होएगी, सैक्रीफाइस होएगा, उत्थे परमेश्वर आप है। तो गुरु साहब कह रहे हैं, बख्शिश कर रहे हैं, गुरु अर्जन पातशाह जी महाराज बड़ी रहमत नाल मेरी तुहाडी चोली विच बचन पा रहे हैं, प्रभ को सिमरै से परोपकारी। गुरुदेव कहते हैं, उन्हां दे अंदर दूसरे दा भला करन दी भावना होंदी है। उन्हां कोल थोड़ा है, वो थोड़े विचों भी वंड देणगे। और तुसीं जिंदगी विच वेख लो, कदी खुशी नाल दो रोटियां खा के किसी की सेवा करने का मौका मिल जाए, कोल चार ने, दो किसी को दे दो, बंदा रज्जिया महसूस करता है। तो नहीं तो चार भी खा के रज्जिया महसूस नहीं करता। ऐसी खुशी है त्याग विच, ऐसी तृप्ति है त्याग विच, ऐसा संतोख है त्याग विच। गुरुदेव कह रहे हैं, महाराज कहते, जेड़े प्रभु नूं याद करते हैं, उन्हां दे अंदर एक भावना आउंदी है दूसरे दा भला करन दी, परोपकार दी भावना। हाँ जी, प्रभ को सिमरै तिन सद बलिहारी। गुरु अर्जन पातशाह जी कहते हैं, जेड़े फिर इस तरह की भावना वाले बन जाते ने, जेड़े परमेश्वर नूं याद करते ने, मैं उन्हां तो हमेशा कुर्बान जाना वा, वारने बलिहारने जाना वा। गुरु अर्जन पातशाह कह रहे हैं, प्रभ को सिमरै तिन सद बलिहारी। सद मैंने ऑलवेज, सदा, हमेशा। सद कह, मैं हमेशा उन्हां तो कुर्बान जावां जेड़े इहो जग जीवन वाले बन गए, जेड़े किसे दे दुख नूं अपना दुख समझदे ने, किसे दी गरीबी नूं अपनी गरीबी समझदे ने, किसे दी भुख नूं अपनी भुख समझदे ने, किसे दी जरूरत नूं अपनी जरूरत समझदे ने। उन्हां तो कुर्बान जाइए। गुरुदेव कह रहे हैं,
ਯਖਣਾ ਜ਼ਿੰਦਗੀ ਦਾ ਇੱਕ ਅਸੂਲ ਹੈ। ਕਿਸੇ ਦੇ ਦੁੱਖ ਵਿੱਚ ਤੁਸੀਂ ਸ਼ਾਮਲ ਹੋਵੋ, ਦੁੱਖ ਘਟ ਜਾਂਦਾ ਹੈ। ਕਿਸੇ ਦੀ ਖੁਸ਼ੀ ਵਿੱਚ ਸ਼ਾਮਲ ਹੋਗੇ, ਖੁਸ਼ੀ ਵੱਧ ਜਾਏਗੀ। ਤਾਂ ਗੁਰੂ ਸਾਹਿਬ ਕਹਿ ਰਹੇ ਨੇ, ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਨੇ, ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਣਾ। ਹਾਂਜੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ। ਬਸ ਮਹਾਰਾਜ ਕਹਿੰਦੇ ਨੇ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ। ਮੁਖ ਦੇ ਖੱਖੇ ਨੂੰ ਔਂਕੜ ਨਹੀਂ, ਬਹੁਵਚਨ ਹੈ, ਤਾਂ ਮਹਾਰਾਜ ਨੇ ਸੁਹਾਵੇ ਲਿਖਿਆ ਹੈ। ਜੇਕਰ ਇੱਕ ਵਚਨ ਹੁੰਦਾ ਫਿਰ ਸੁਹਾਵਾ ਲਿਖਦੇ ਪਾਤਸ਼ਾਹ। ਮਹਾਰਾਜ ਕਹਿੰਦੇ ਨੇ, ਮੁੱਖ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ 3 ਪ੍ਰਕਾਰ ਨਾਲ ਹੈ। ਮਾਂ ਅਕਸ਼ਰ ਨੂੰ ਔਂਕੜ ਤੇ ਖੱਖਾ ਮੁਕਤਾ ਮੁਖ। ਮਾਂ ਅਕਸ਼ਰ ਨੂੰ ਔਂਕੜ ਤੇ ਖੱਖੇ ਨੂੰ ਵੀ ਔਂਕੜ, ਉਚਾਰਨ ਫਿਰ ਮੁਖ। ਮਾਂ ਅਕਸ਼ਰ ਨੂੰ ਔਂਕੜ ਤੇ ਖੱਖੇ ਨੂੰ ਸਿਹਾਰੀ, ਉਚਾਰਨ ਫਿਰ ਮੁਖ। ਯਾਦ ਰੱਖਣਾ, ਜਦੋਂ ਮੁਖ ਖੱਖੇ ਨੂੰ ਔਂਕੜ ਨਹੀਂ ਹੋਏਗਾ, ਪਲੂਰਲ ਹੋਏਗਾ, ਬਹੁਵਚਨ। ਜਦੋਂ ਮੁਖ ਦੇ ਖੱਖੇ ਥੱਲੇ ਔਂਕੜ ਹੋਏਗਾ, ਇੱਕ ਵਚਨ, ਇੱਕ ਮੁਖ। ਤੇ ਜਦੋਂ ਮੁਖ ਦੇ ਖੱਖੇ ਨੂੰ ਸਿਆਰੀ ਹੋਏਗੀ, ਮੂੰਹ ਤੇ, ਮੂੰਹ ਵਿੱਚੋਂ, ਮੂੰਹ ਦੁਆਰਾ। ਤਾਂ ਸਤਿਗੁਰੂ ਕਹਿੰਦੇ ਨੇ, ਬਖਸ਼ਿਸ਼ ਕਰਦੇ ਨੇ, ਜਿਹੜੇ ਪਰਮੇਸ਼ਰ ਨੂੰ ਯਾਦ ਕਰਦੇ ਨੇ ਉਹਨਾਂ ਦੇ ਮੂੰਹ ਸੋਹਣੇ ਨੇ, ਸੁਭਾਏਮਾਨ ਨੇ। ਤੇ ਚਿਹਰਾ ਮੁਖ ਪ੍ਰਤੀਕ ਹੈ ਅੰਦਰੋਂ ਅਕਸ ਦਾ, ਇਮੇਜ ਮਨ ਦਾ ਕੀ ਹੈ। ਅਸੀਂ ਕੇਵਲ ਚਿਹਰੇ ਨੂੰ ਬਨਾਵਟੀ ਸੁੰਦਰ ਬਣਾਉਣਾ ਚਾਹੁੰਦੇ ਹਾਂ। ਜਿੱਦਨ ਮਨ ਅੰਦਰੋਂ ਸੁੰਦਰ ਹੋ ਗਿਆ, ਚਿਹਰਾ ਆਟੋਮੈਟਿਕਲੀ ਸੁੰਦਰ ਹੋ ਜਾਏਗਾ, ਖਿੜ ਜਾਏਗਾ ਆਪਣੇ ਆਪ, ਕਹਿਣ ਦੀ ਲੋੜ ਨਹੀਂ। ਸਤਿਗੁਰ ਕਹਿੰਦੇ, ਹੋਵੇਗਾ ਕਿਵੇਂ? ਮੁਖ ਸੱਚੇ, ਸੱਚ ਦਾੜੀਆਂ, ਸੱਚ ਬੋਲੈ, ਸੱਚ ਕਮਾਹੇ, ਸੱਚਾ ਸ਼ਬਦ ਮਨ ਵਸਿਆ, ਸਤਿਗੁਰ ਮਾਹੇ ਸਮਾਹੇ। ਸੱਚੀ ਰਾਸੀ, ਸੱਚ ਧਨ, ਉੱਤਮ ਪਦਵੀ ਪਾਹੇ, ਸੱਚ ਸੁਣੈ, ਸੱਚ ਮੰਨ ਲੈਣ, ਸੱਚੀ ਕਾਰ ਕਮਾਹੇ। ਸੱਚੀ ਦਰਗਾਹ ਬੈਸਣਾ, ਸੱਚੇ ਮਾਹੇ ਸਮਾਹੇ। ਨਾਨਕ ਵਿਨ ਸਤਿਗੁਰ ਸੱਚ ਨਾ ਪਾਈਐ, ਮਨ ਮੁਖ ਭੂਲੇ ਜਾਹੇ। ਜਿਉਂ-ਜਿਉਂ ਜੀਵ ਇਸ ਮੂੰਹ ਵਿੱਚੋਂ ਸੱਚ ਬੋਲਣਾ ਸ਼ੁਰੂ ਕਰੇਗਾ, ਮੂੰਹ ਆਪੇ ਹੀ ਸੁੰਦਰ ਹੁੰਦਾ ਚਲਾ ਜਾਏਗਾ, ਆਪਣੇ ਆਪ ਖੇੜਾ ਹੋਣਾ ਸ਼ੁਰੂ ਹੋ ਜਾਏਗਾ। ਜਿਉਂ-ਜਿਉਂ ਸੱਚ ਨਾਲ ਜੁੜਨਾ ਸ਼ੁਰੂ ਕਰ ਦੇਗਾ, ਸੱਚ ਨਾਲ ਸ਼ੁਰੂ ਕਰੇਗਾ ਜੁੜਨਾ, ਸੱਚ ਬੋਲਣਾ ਸ਼ੁਰੂ ਕਰ ਦੇਗਾ, ਸਤਿਗੁਰ ਕਹਿੰਦੇ ਉਸੇ ਦਿਨ ਤੋਂ ਮੂੰਹ ਸੋਹਣਾ ਸ਼ੁਰੂ ਹੋਣਾ ਹੋ ਜਾਏਗਾ। ਇਸ ਦੇ ਤੇ ਇੱਕ ਰੱਬੀ ਨੂਰ ਆਉਣਾ ਸ਼ੁਰੂ ਹੋ ਜਾਏਗਾ, ਜਿਹੜਾ ਬਣਾਇਆ ਨਹੀਂ ਬਣਦਾ। ਗੁਰਦੇਵ ਕਹਿ ਰਹੇ ਨੇ, ਪਾਤਸ਼ਾਹ ਕਹਿੰਦੇ ਨੇ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ। ਉਹ ਮੂੰਹ ਬੜੇ ਸੁੰਦਰ ਨੇ, ਬੜੇ ਸੋਹਣੇ ਨੇ, ਬੜੇ ਸੁਭਾਏਮਾਨ ਨੇ, ਉਹਨਾਂ ਤੇ ਕੋਈ ਦਾਗ ਨਹੀਂ ਕਾਲਖ ਦਾ, ਉਹਨਾਂ ਤੇ ਫਿਰ ਕਿਸੇ ਕਿਸਮ ਦਾ ਕੋਈ ਧੱਬਾ ਨਹੀਂ। ਗੁਰਦੇਵ ਕਹਿ ਰਹੇ ਨੇ, ਮਹਾਰਾਜ ਕਹਿੰਦੇ ਨੇ, ਜਿਹੜੇ ਵੀ ਪਰਮੇਸ਼ਰ ਨੂੰ ਯਾਦ ਕਰਦੇ ਨੇ ਉਹਨਾਂ ਦੇ ਮੁਖ ਉਜਲੇ ਨੇ। ਤਾਂ ਸਤਿਗੁਰੂ ਨੇ ਪਹਿਲਾਂ ਹੀ ਕਿਹਾ ਸੀ, ਜਿਨਨੀ ਨਾਮ ਧਿਆਇਆ ਗਏ ਮਸ਼ੱਕਤ ਖਾਲ, ਨਾਨਕ ਤਿੰਨ ਮੁਖ ਉਜਲੇ। ਕੀਤੀ ਛੁੱਟੀ ਤਾਂ ਸੁਹਾਵੇ ਤੋਂ ਮਤਲਬ ਇਹ ਹੈ, ਕਿਉਂਕਿ ਫੇਸ ਦੀ ਸ਼ਰਮ ਹੁੰਦੀ ਹੈ। ਸਤਿਗੁਰ ਕਹਿੰਦੇ, ਉਹਨਾਂ ਨੂੰ, ਗੁਰੂ ਨੂੰ ਫੇਸ ਕਰਨ ਵਾਸਤੇ ਹੁਣ ਕੋਈ ਸ਼ਰਮ ਨਹੀਂ। ਸ਼ਰਮ ਹਮੇਸ਼ਾ ਮਾੜੇ ਕਰਮ ਦੀ ਹੁੰਦੀ ਹੈ। ਉਹ ਬੰਦਾ ਫੇਸ ਨਹੀਂ ਕਰ ਸਕਦਾ ਜਿਸ ਦਾ ਕਿਸੇ ਨੂੰ ਮਾੜਾ ਕਰਮ ਪਤਾ ਹੋਵੇ। ਤੇ ਜਦ ਗੁਰੂ ਨੇ ਮਾੜੇ ਕਰਮਾਂ ਤੋਂ ਛੁਟਕਾਰਾ ਦੇ ਦਿੱਤਾ, ਬਖਸ਼ਿਸ਼ ਕਰ ਦਿੱਤੀ, ਤਾਂ ਮਹਾਰਾਜ ਕਹਿੰਦੇ ਉਹਨਾਂ ਦੇ ਮੂੰਹ ਸੁਹਾਵੇ ਨੇ, ਉਜਲੇ ਨੇ, ਬੇਦਾਗ ਨੇ। ਹਾਂਜੀ, ਪ੍ਰਭ ਕੋ ਸਿਮਰੈ ਤਿੰਨ ਸੁਖ ਬਿਹਾਵੈ। ਦੇਖੋ ਗੁਰੂ ਸਾਹਿਬ ਕਿੰਨੀਆਂ ਬਖਸ਼ਾਂ ਕਰਦੇ ਨੇ। ਮਹਾਰਾਜ ਕਹਿੰਦੇ, ਜਿਹੜੇ ਵੀ ਪਰਮੇਸ਼ਰ ਨੂੰ ਯਾਦ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਫਿਰ ਸੁੱਖਾਂ ਵਿੱਚ ਗੁਜ਼ਰਦੀ ਏ। ਸੁਖ ਦੇ ਖੱਖੇ ਨੂੰ ਸਿਆਰੀ, ਬਿਹਾਵੈ ਗੁਜ਼ਰਦੀ ਏ। ਉਹਨਾਂ ਦਾ ਜੀਵਨ ਸੁੱਖਾਂ ਵਿੱਚ ਗੁਜ਼ਰਦਾ ਏ।
ਜਿਹੜੇ ਪਰਮੇਸ਼ਰ ਨੂੰ ਯਾਦ ਕਰਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਵਿਕਾਰ ਕੋਈ ਅੜਿੱਕਾ ਨਹੀਂ ਬਣਦੇ। ਗੁਰੂ ਸਾਹਿਬ ਕਹਿ ਰਹੇ ਨੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਸੁਖ ਦੇ ਖੱਖੇ ਨੂੰ ਸਿਆਰੀ ਸੁਖ ਵਿੱਚ, ਬਿਹਾਵੈ ਗੁਜ਼ਰਦੀ ਹੈ ਜੀਵਨ ਨੇ। ਕਈ ਲੋਕ ਕਹਿੰਦੇ ਨੇ ਟਾਈਮ ਮੈਂ ਪਾਸ ਕਰ ਰਿਹਾ। ਟਾਈਮ ਨੂੰ ਕੀ ਕਿਸੇ ਨੇ ਪਾਸ ਕਰਨਾ? ਇਹ ਤਾਂ ਆਲਰੇਡੀ ਪਾਸ ਹੋ ਰਿਹਾ ਹੈ। ਕਿੰਨੇ ਸਾਲਾਂ ਤੋਂ ਪਾਸ ਹੋ ਰਿਹਾ ਹੈ। ਟਾਈਮ ਨੂੰ ਕਿਸੇ ਨੇ ਕੀ ਪਾਸ ਕਰਨਾ ਹੈ? ਸਿੱਖ ਨੂੰ ਸੋਝੀ ਆ ਜਾਏ ਇਹ ਗੁਰੂ ਦੀ ਸੰਗਤ ਕਰਕੇ ਟਾਈਮ ਸਫਲ ਕਰਨ ਦੀ ਦਾਤ ਮੰਗ ਲਵੇ। ਪਾਸ ਤੇ ਹੋ ਹੀ ਰਿਹਾ ਹੈ। ਜੇ ਮੈਂ ਤੇ ਤੁਸੀਂ ਨਾ ਰੱਬ ਨੂੰ ਯਾਦ ਕਰਾਂਗੇ, ਨਾ ਸੰਗਤ ਕਰਾਂਗੇ, ਤਾਂ ਕੀ ਸ਼ਰਾਬੀ ਦਾ ਟਾਈਮ ਨਹੀਂ ਪਾਸ ਹੋ ਰਿਹਾ? ਕੀ ਸੂਰਜ ਪਕੜ ਲਏਗਾ ਕੋਈ? ਜਿਹੜਾ ਦਿਨ ਚੜਿਆ ਉਸਨੇ ਉਤਰਨਾ ਹੀ ਉਤਰਨਾ ਹੈ। ਜਿਹੜੇ ਲੋਕ ਟਾਈਮ ਨੂੰ ਗੁਰੂ ਦੀ ਮੱਤ ਨਾਲ ਨਹੀਂ ਗੁਜ਼ਾਰਦੇ, ਉਹਨਾਂ ਦੀ ਜ਼ਿੰਦਗੀ ਪਾਸ ਹੋ ਜਾਂਦੀ ਹੈ ਇੱਕ ਦਿਨ। तो टाइम ने पास होना है, पर सिख ने टाइम नू वध तो वध सफल करना है। उसके जीवन का यह मकसद है। तो गुरु साहब कहते ने, जिन्हां नू परमेश्वर याद है उन्हां दे जीवन सुख नाल बीतदा है। प्रभ को सिमरन तिन सुख बिहावै। हाँ जी, को सिमरै तिन आत्म जीता। बस महाराज कहते ने, जिन्हां ने प्रभु नू याद कीता, प्रभ को सिमरै तिन आत्म जीता। उन्हां ने अपने आप नू जित लिया, मन नू जित लिया। आत्म जीता। सारी दुनिया ते जोर लग रहा है दूसरे नू जितन वास्ते। तकरीबन कोई अपने कपड़े की शानो शौकत नाल दूजे नू नीवा विखाना चाहता है। कोई अपने गहने की शानो शौकत नाल दूसरे नू नीवा विखाना चाहता है। कोई अपने धन की शानो शौकत नाल दूसरे नू नीवा विखाना चाहता है। कोई अपनी मोटर नाल दूसरे नू नीवा, मेरी मोटर वड्डी है, मेरी कोठी वड्डी है, मेरा धन वड्डा है, मेरी अकल वड्डी है, मेरी फौज वड्डी है। आम तौर ते बंदा दूसरे नू नीवा विखाना चाहता है, पर रब नू याद करने वाले तां अपने आप नू नीवा विखाना चाहते हैं। हमेशा प्रभ को सिमरै तिन आत्म जीता। उन्होंने अपने आप नू जितना है, अपने मन नू जितना है। जब मन जीता संसार सारा ही जितया जाएगा। मन जीता है जग जीत, नहीं तो संसार सब नू जित रहा है। सतगुर दे बाणी दे बोल ने, नानक ज्ञानी जग जीता, जग जीता सब कोई। महाराज के ज्ञानवान जग नू जित रहा है, नहीं तो संसार सारिਆਂ ਨੂੰ जित रहा है। एक जग दे गगे नू सियारी है, एक जग दे गगे थले औंकड़ है। नानक ज्ञानी जग जीता। ज्ञानवान ने जग नू जित लिया। जग जीता सब कोई, नहीं तो संसार सारिਆਂ ਨੂੰ जित रहा है। संसार सब नू गिरा रहा है अपने थले, पर ज्ञानवान संसार नू गिरा दिंदा है, जित लैंदा है। ये गुरु की वडियाई है, बख्शिश है। जिसने भी अपने आप नू जित लिया, उसने सारा संसार जित लिया। ते अपना आप जिस दिन मन जितया गया, तो गुरु साहब ने कह दिता, जब मन ही जितया गया बाकी रह भी की गया। ते मन गुरु की मत तो बगैर नहीं जितया जा सकता, जिन्ना मर्जी जोर ला लईए। तो गुरु साहब कृपा करते हैं, बख्शिश करते हैं, रहमत करते हैं। प्रभ को सिमरै तिन आत्म जीता। उन्होंने अपने आप नू जित लिया, मन नू जित लिया है। फिर मन नू जितन तो बाद उन्होंने जीवन की जुगत किस तरह की बन गई? गुरु अर्जन पातशाह कह रहे हैं, प्रभ को सिमरै तिन निर्मल रीता। महाराज कहने, जिन्हां ने फिर प्रभु नू सिमरिया है, उन्हां दी रीत निर्मल हो गई।
ਆਪ ਜੀ ਨੂੰ ਪਤਾ ਹੋਣਾ ਚਾਹੀਦਾ ਰੀਤ ਕਿਸ ਨੂੰ ਕਹਿੰਦੇ, ਜਿਸ ਨੂੰ ਅਸੀਂ ਰੀਤੀ ਰਿਵਾਜ ਕਹਿੰਦੇ ਆ। ਉਹਨਾਂ ਦੀ ਜ਼ਿੰਦਗੀ ਦੇ ਕਿਸੇ ਵੀ ਕਿਰਿਆ ਵਿੱਚੋਂ ਮਿਲਾਵਟ ਦੂਰ ਹੋ ਗਈ ਹੈ। ਬਿਲਕੁਲ ਸਟੇਟ ਲਾਈਫ ਸਿੱਧੀ ਹੋ ਗਈ ਹੈ। ਵਲ ਛਲ ਧੋਖਾ ਫਰੇਬ ਸਭ ਨਿਕਲ ਗਏ ਨੇ। ਸਾਦਗੀ ਵਾਲੀ। ਹਾਂ ਬੇਟੀ, ਸਾਦਗੀ ਤੋਂ ਇਲਾਵਾ ਇੱਕ ਸਾਦਗੀ ਕੇਵਲ ਤਨ ਦੀ ਨਹੀਂ, ਜਿਸ ਮਨ ਵਿੱਚ ਕੋਈ ਕਪਟ ਨਹੀਂ, ਕਿਸੇ ਬਾਰੇ ਕੋਈ ਵਿਰੋਧ ਨਹੀਂ, ਕੋਈ ਜੈਲਸੀ ਨਹੀਂ, ਉਹ ਹੈ ਨਿਰਮਲ ਰੀਤ। ਆਪ ਜੀ ਕਦੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ 700 ਸਫ਼ੇ ਤੇ ਜੈਤਸਰੀ ਰਾਗ ਦਾ ਇੱਕ ਸ਼ਬਦ ਪੜੋਗੇ, ਗੁਰਦੇਵ ਉਹਦੇ ਵਿੱਚ ਬਖਸ਼ਿਸ਼ ਕਰਦੇ ਨੇ, ਕੋਈ ਜਾਣੈ ਕਮਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਤਾਕੀ ਨਿਰਮਲ ਰੀਤ। ਬੱਚੀਏ, ਸਿੰਪਲ ਲਾਈਫ ਨੋਟ ਸਿੰਪਲ ਦਾ ਮਤਲਬ ਤੁਸੀਂ ਇਸ ਨੂੰ ਨਿਛਲ ਕਹਿ ਸਕਦੇ ਹੋ, ਅੰਦਰ ਛਲ ਕੋਈ ਨਹੀਂ, ਕਪਟ ਕੋਈ ਨਹੀਂ। ਸਿੰਪਲ ਜੇਕਰ ਤਨ ਦੀ ਸਿੰਪਲਿਸਿਟੀ ਪਲੱਸ ਮਨ ਦੀ, ਯੈਸ ਦੈਟ। ਵੇਖੋ ਮੇਰੀ ਬੇਨਤੀ ਸੁਣੋ, ਮੈਂ ਤੁਹਾਨੂੰ ਬੇਨਤੀ ਕਰਦਾ, ਸਮਝ ਹੋਰ ਆ ਜਾਏਗੀ। ਅਸੀਂ ਅੱਜ ਸੰਸਾਰ ਦੇ ਰਿਵਾਜਾਂ ਨਾਲ ਜੁੜੇ ਹਾਂ, ਮਨ ਕਰਕੇ ਵੀ ਤਨ ਕਰਕੇ ਵੀ। ਕੋਈ ਕੱਪੜੇ ਦਾ ਰਿਵਾਜ ਆਊਟ ਆਫ ਫੈਸ਼ਨ ਅਸੀਂ ਪਹਿਨਣਾ ਪਸੰਦ ਨਹੀਂ ਕਰਦੇ, ਤਨ ਤੇ। ਅਸੀਂ ਕੋਈ ਸੰਸਾਰ ਦਾ ਰਿਵਾਜ ਜਿਹੜਾ ਸੰਸਾਰ ਨੂੰ ਨਹੀਂ ਪਾਉਂਦਾ ਨਹੀਂ ਕਰਨਾ ਚਾਹੁੰਦੇ, ਪਰ ਗੁਰੂ ਦਾ ਰਿਵਾਜ ਪਕੜਦੇ ਹੀ ਨਹੀਂ। ਜਿਨ੍ਹਾਂ ਨੇ ਗੁਰੂ ਦਾ ਰਿਵਾਜ ਪਕੜ ਲਿਆ ਉਹਨਾਂ ਨੂੰ ਸੰਸਾਰ ਦੇ ਰਿਵਾਜ ਦੀ ਕੋਈ ਪਰਵਾਹ ਨਹੀਂ। ਕਿਉਂ? ਇਹ ਬਦਲਣਾ ਹੈ। ਸੰਸਾਰ ਦਾ ਸਾਇ ਬਦਲਣਾ ਤੇ ਗੁਰੂ ਅਬਨਾਸ਼ੀ ਹੈ। ਗੁਰੂ ਦੀ ਮੱਤ ਅੱਜ ਤੱਕ ਨਹੀਂ ਬਦਲੀ। ਸੰਸਾਰ ਨੂੰ ਸਾਰਾ ਕੁਝ ਆਪਣਾ ਦੇ ਦਿਓ ਫਿਰ ਵੀ ਕਦੀ ਖੁਸ਼ ਨਹੀਂ ਹੋ ਸਕਦਾ। ਗੁਰੂ ਨੂੰ ਤੁਸੀਂ ਕੇਵਲ ਤੇ ਕੇਵਲ ਕੁਝ ਵੀ ਨਹੀਂ, ਆਪਣੀ ਭਾਵਨਾ ਕੇਵਲ ਦਿਓ। ਗੁਰੂ ਸਦਾ ਦਿਆਲੂ ਹੈ, ਸਦਾ ਦਿਆਲੂ ਹੈ। ਪਰ ਬੰਦਾ ਗੁਰੂ ਦੀ ਰੀਤੀ ਰਿਵਾਜ ਅਪਣਾਉਂਦਾ ਨਹੀਂ, ਗੁਰੂ ਦੀ ਮੱਤ ਨਹੀਂ ਅਪਣਾਉਂਦਾ। ਮੈਂ ਕੱਲ ਵੀ ਬੇਨਤੀ ਕੀਤੀ, ਕਿਸੇ ਫਿਲਮ ਸਟਾਰ ਦਾ ਰਿਵਾਜ ਤੇ ਅਪਣਾ ਲੈਂਦਾ ਝੱਟ, ਕਿਸੇ ਮਾੜੇ ਦਾ ਰਿਵਾਜ ਤੇ ਅਪਣਾ ਲਏਗਾ, ਕਿਸੇ ਪੱਬ ਦਾ ਰਿਵਾਜ ਤੇ ਅਪਣਾ ਲਏਗਾ, ਪਰ ਗੁਰੂ ਦਾ ਰਿਵਾਜ ਨਹੀਂ ਅਪਣਾਉਂਦਾ। ਇਹੀ ਹੈ ਨਾ, ਫਿਰ ਉਹ ਨਿਰਮਲ ਰੀਤ ਕਿਵੇਂ ਹੋ ਸਕਦੀ ਹੈ? ਸਤਿਗੁਰੂ ਕਹਿੰਦੇ ਉਹਨਾਂ ਦੇ ਜੀਵਨ ਦੇ ਜਿਹੜੇ ਚੱਲ ਰਹੀ ਜੁਗਤ ਹੈ ਉਹਦੇ ਵਿੱਚ ਕੋਈ ਮੈਲ ਨਹੀਂ ਰਹਿੰਦੀ। ਕਿਸੇ ਨਾਲ ਧੋਖਾ ਨਹੀਂ, ਫਰੋਬ ਨਹੀਂ, ਮਾੜਾ ਬੋਲਣਾ ਨਹੀਂ, ਵਿਵਹਾਰ ਵਿੱਚ ਕੋਈ ਕਪਟ ਨਹੀਂ, ਤੇ ਨਿਰਮਲ ਰੀਤਾ। ਇਹ ਪਰਮੇਸ਼ਰ ਦੇ ਪਿਆਰਿਆਂ ਦੀ ਜ਼ਿੰਦਗੀ ਦੀ ਜੁਗਤ ਹੈ। ਸਤਿਗੁਰੂ ਕਹਿੰਦੇ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਮੈਲ ਤੋਂ ਬਗੈਰ ਨੇ। ਉਹਨਾਂ ਦੀ ਜੀਵਨ ਦੀ ਜੁਗਤ ਇਸ ਕਿਸਮ ਦੀ ਬਣ ਜਾਂਦੀ ਹੈ, ਉਹਨਾਂ ਦੀ ਜ਼ਿੰਦਗੀ ਦੇ ਰੋਜ਼ ਰੂਟੀਨ ਹੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਹਾਂਜੀ, ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ। ਬਸ ਸਤਿਗੁਰੂ ਕਹਿੰਦੇ ਨੇ ਜਦੋਂ ਉਹਨਾਂ ਦੀ ਰੀਤ ਗੁਰੂ ਵਾਲੀ ਹੋ ਗਈ, ਜੁਗਤੀ ਗੁਰੂ ਵਾਲੀ ਹੋ ਗਈ, ਤੇ ਗੁਰੂ ਤੇ ਆਨੰਦ ਸਰੂਪ ਹੈ। ਫਿਰ ਉਹਨਾਂ ਨੂੰ ਇੰਨੇ ਸੁੱਖ, ਇੰਨੇ ਖੇੜੇ, ਇੰਨੇ ਆਨੰਦ ਮਿਲਦੇ ਨੇ। ਯਾਦ ਰੱਖਣਾ, ਗੁਰੂ ਦੀ ਰੀਤ ਵਾਲਾ ਥੋੜੇ ਵਿੱਚ ਵੀ ਬੜਾ ਵੱਡਾ ਅਮੀਰ ਹੁੰਦਾ ਹੈ। ਥੋੜੇ ਵਿੱਚ ਵੀ। ਕਿਉਂ? ਉਸ ਨੂੰ ਹੁਣ ਦੂਸਰੇ ਦੀ ਵੱਧ ਅਮੀਰੀ ਆਪਣੇ ਵੱਲ ਖਿੱਚਦੀ ਨਹੀਂ। ਨਹੀਂ ਤੇ ਹੋਰ ਸਮਾਜ ਵਿੱਚ ਕੀ ਰਿਹਾ ਹੈ? ਅੱਜ ਸਮਾਜ ਵਿੱਚ ਕੇਵਲ ਤੇ ਕੇਵਲ ਇਹ ਹੈ ਕਿ ਕਿਸੇ ਦੀ ਚੀਜ਼ ਵੇਖ ਕੇ ਉਸ ਨਾਲੋਂ ਉੱਤੇ ਉੱਠਣ ਨੂੰ ਜੀ ਕਰਦਾ, ਉਹ ਆਪਣੀ ਪਹੁੰਚ ਤੋਂ ਬਾਹਰ ਹੈ ਤੇ ਮੁਸ਼ਕਲ ਹੋ ਰਹੀ ਹੈ। ਨਹੀਂ ਤੇ ਫਿਰ ਮੁਸ਼ਕਲ।
ਜਾਂਦੀ ਹੈ। ਇਸ ਵਾਸਤੇ ਤੁਸੀਂ ਇਸ ਵਾਸਤੇ ਤੁਸੀਂ ਘਰਾਂ ਵਿੱਚ ਵੇਖਦੇ ਹੋ ਆਮ ਤੌਰ ਤੇ ਲੇਡੀਜ਼ ਜਦੋਂ ਇੱਕ ਦੂਜੇ ਨਾਲ ਕੰਪੈਰੀਜ਼ਨ ਇਸ ਕਿਸਮ ਦਾ ਕਰਦੀਆਂ ਨੇ ਤੇ ਪੂਰਾ ਨਹੀਂ ਆ ਸਕਦਾ ਤੇ ਘਰ ਵਿੱਚ ਕਈ ਵਾਰੀ ਕਲੇਸ਼ ਦਾ ਕਾਰਨ ਬਣ ਜਾਂਦਾ ਹੈ। ਕਿਉਂਕਿ ਤੁਸੀਂ ਵੀ ਗ੍ਰਸਤੀ ਹੋ, ਤੁਹਾਡੀ ਅਸੀਸ ਹੈ, ਮੈਂ ਵੀ ਗ੍ਰਸਤੀ ਹਾਂ ਤੇ ਆਪਾਂ ਸਾਰੇ ਜਾਣਦੇ ਹਾਂ ਆਪਣੇ ਘਰਾਂ ਦੇ ਹਾਲਾਤ ਨੂੰ ਚੰਗੀ ਤਰ੍ਹਾਂ। ਖਾਸ ਕਰਕੇ ਜਦੋਂ ਇਸ ਤਰ੍ਹਾਂ ਦੀ ਕੋਈ ਰੀਸ ਸਾਹਮਣੇ ਆਉਂਦੀ ਹੈ ਤਾਂ ਪੂਰੀ ਨਹੀਂ ਹੋ ਸਕਦੀ। ਕਈ ਵਾਰੀ ਨਹੀਂ ਪੂਰੀ ਹੋ ਸਕਦੀ ਤਾਂ ਫਿਰ ਇਸਤਰੀ ਪੁਰਸ਼ ਵਿੱਚ ਕਈ ਵਾਰੀ ਦੂਰੀ ਹੁੰਦੀ ਹੈ। ਤਾਂ ਗੁਰੂ ਸਾਹਿਬ ਕਹਿ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ, ਮਹਾਰਾਜ ਕਹਿੰਦੇ ਪ੍ਰਭ ਕੋ ਸਿਮਰਨ ਤਿਨ ਆਨੰਦ ਕਨੇਰੇ। ਬਖਸ਼ਿਸ਼ ਕਰ ਰਹੇ ਨੇ, ਕਿਰਪਾ ਮਹਾਰਾਜ ਕਹਿੰਦੇ ਗੁਰੂ ਦੀ ਖੁਸ਼ੀ ਉਹ ਖੇੜਾ ਗੁਰੂ ਦੀ ਮੱਤ ਵਿੱਚੋਂ ਮਿਲਦਾ ਹੈ। ਜਿਹੜਾ ਉਹ ਕਦੀ ਸੋਚਦਾ ਸੀ ਮੈਨੂੰ ਅੱਜ ਤੱਕ ਮੈਨੂੰ ਸੋਚਦਾ, ਜਿਹੜਾ ਉਹ ਕਦੀ ਸੋਚਦਾ ਸੀ ਮੈਨੂੰ ਅੱਜ ਤੱਕ ਸੋਚਦਾ ਸੀ ਮੈਨੂੰ ਅੱਜ ਤੱਕ ਸੋਚਦਾ ਸੀ ਮੈਨੂੰ ਜਿਹੜਾ ਉਹ ਮੱਤ ਵਿੱਚੋਂ ਮਿਲਦਾ ਹੈ। ਜਿਹੜਾ ਉਹ ਕਦੀ ਸੋਚਦਾ ਸੀ ਮੈਨੂੰ ਅੱਜ ਤੱਕ ਇਹਨੇ ਸੋਚਦਾ ਸੀ ਮੈਨੂੰ ਅੱਜ ਤੱਕ ਇਹਨੇ